ਸਗੋਂ ਲੋਕਤੰਤਰ ਹੀ ਹੈ। ਠੀਕ ਹੈ ਕਿ ਅੱਜ ਦੇ ਸਮੇਂ ਵੀ ਇੰਗਲੈਂਡ ਦੇ ਵਿੱਚ ਕੀ ਹੈ ਰਾਜਤੰਤਰ ਹੈਗਾ, ਪਰ ਉੱਥੇ ਕੀ ਹੈ ਲੋਕਤੰਤਰ ਵੀ ਹੈ। ਠੀਕ ਹੈ, ਇਸ ਕਰਕੇ ਕਹਿੰਦੇ ਇਸ ਦੇਸ਼ ਵਿੱਚ ਲੋਕਤੰਤਰੀ ਸੰਸਥਾਵਾਂ ਦੀ ਜਿਹੜੀ ਆਦਰਸ਼ ਕਾਰਜ ਪ੍ਰਣਾਲੀ ਹੈ ਉਹ ਨਿਰੰਕੁਸ਼ ਰਾਜਤੰਤਰ ਨੂੰ ਕੇਵਲ ਇੱਕ ਸਿਰਫ ਇਤਿਹਾਸਕ ਯਾਦ ਚਿੰਨ੍ਹ ਬਣਾ ਦਿੱਤਾ। ਉਹ ਤਾਂ ਸਿਰਫ ਇੱਕ ਇਤਿਹਾਸਕ ਦੇ ਤੌਰ 'ਤੇ ਕਿ ਆਪਾਂ ਨੂੰ ਯਾਦ ਕਰਦੇ ਹਾਂ। ਠੀਕ ਹੈ, ਉੱਥੇ ਨਾ ਮਾਤਰ ਕਾਰਜਪਾਲਿਕਾ ਵੀ ਹੈ ਅਤੇ ਅਸਲੀ ਕਾਰਜਪਾਲਿਕਾ ਵੀ ਹੈ। ਠੀਕ ਹੈ, ਨਾ ਮਾਤਰ ਮਤਲਬ ਕੀ ਹੈ ਰਾਜਤੰਤਰ ਨੂੰ ਕਹਿੰਦੇ, ਨਾ ਮਾਤਰ ਉੱਥੇ ਕੀ ਹੈ ਰਾਜੇ ਮਹਾਰਾਜੇ ਨੂੰ ਕਹਿ ਦਿੰਦੇ ਨੇ, ਜਿਵੇਂ ਆਪਣੇ ਭਾਰਤ ਦੇ ਵਿੱਚ ਰਾਸ਼ਟਰਪਤੀ ਨੂੰ ਕਹਿ ਦਿੰਦੇ ਨੇ। ਠੀਕ ਹੈ, ਜਿਹੜਾ ਮੰਤਰੀ ਮੰਡਲ ਉਹ ਕੀ ਹੈ ਅਸਲੀ ਕਾਰਜਪਾਲਿਕਾ ਹੈ। ਠੀਕ ਹੈ, ਇਸ ਕਰਕੇ ਇੰਗਲੈਂਡ ਦੀ ਸੰਸਦ ਨੂੰ ਸੰਸਦ ਦੀ ਜਨਨੀ ਦੇ ਰੂਪ ਵਿੱਚ ਵੀ ਮਾਣ ਦਿੱਤਾ ਜਾਂਦਾ ਹੈ। ਠੀਕ ਹੈ, ਇਸ ਕਰਕੇ ਇਸ ਦੇਸ਼ ਦੀ ਸੰਸਦੀ ਪ੍ਰਣਾਲੀ ਨੇ ਦੂਜੇ ਅਨੇਕਾਂ ਦੇਸ਼ਾਂ ਦੀ ਅਗਵਾਈ ਕੀਤੀ ਹੈ। ਜਿੱਥੋਂ ਤੱਕ ਇੰਗਲੈਂਡ ਦੀ ਸੰਵਿਧਾਨਕ ਪ੍ਰਣਾਲੀ ਦਾ ਸੰਬੰਧ ਹੈ, ਕਹਿੰਦੇ ਇਹ ਪ੍ਰਣਾਲੀ ਸੀਮਿਤ ਰਾਜਤੰਤਰ ਅਤੇ ਸੰਸਦੀ ਲੋਕਤੰਤਰ ਦਾ ਮਿਸ਼ਰਨ ਹੈ। ਠੀਕ ਹੈ, ਦੋਨਾਂ ਦਾ ਮਿਸ਼ਰਨ ਹੈ। ਇਸ ਵਿੱਚ ਸੀਮਿਤ ਰਾਜਤੰਤਰ ਵੀ ਹੈ ਅਤੇ ਸੰਸਦੀ ਲੋਕਤੰਤਰ ਵੀ ਹੈ। ਇਸ ਦੇਸ਼ ਦਾ ਪੂਰਨ ਰੂਪ ਵਿੱਚ ਕੋਈ ਵੀ ਲਿਖਤੀ ਸੰਵਿਧਾਨ ਨਹੀਂ ਹੈਗਾ। ਠੀਕ ਹੈ, ਅਲਿਖਤੀ ਸੰਵਿਧਾਨ ਹੈ। ਠੀਕ ਹੈ, ਇੱਥੋਂ ਦੀ ਜਿਹੜੀ ਸੰਵਿਧਾਨਕ ਪ੍ਰਣਾਲੀ ਬਥੇਰੇ ਕਰਕੇ ਉੱਥੋਂ ਦੇ ਰੀਤੀ ਰਿਵਾਜ, ਉੱਥੋਂ ਦੇ ਪਰੰਪਰਾਵਾਂ 'ਤੇ ਆਧਾਰਿਤ ਹੈ। ਇਹ ਪਰੰਪਰਾਵਾਂ ਠੀਕ ਹੈ ਹੌਲੀ ਹੌਲੀ ਕੀ ਵਿਕਸਿਤ ਹੋਈਆਂ ਹਨ ਅਤੇ ਲਿਖਤੀ ਪਰੰਪਰਾ ਤੋਂ ਇਲਾਵਾ ਬਾਦਸ਼ਾਹ ਦੇ ਸਮੇਂ-ਸਮੇਂ ਦੇ ਜਾਰੀ ਕੀਤੇ ਗਏ ਕੋਈ ਵੀ ਚਾਰਟ ਜਾਂ ਸੰਸਦ ਦੁਆਰਾ ਪਾਸ ਕੀਤੇ ਗਏ ਕਾਨੂੰਨ ਨੂੰ ਬਰਤਾਨੀਆ ਸੰਵਿਧਾਨ ਦਾ ਕਿ ਇੱਕ ਅਨਿੱਖੜਵਾਂ ਅਤੇ ਇੱਕ ਮਹੱਤਵਪੂਰਨ ਕੀ ਹੈ ਭਾਗ ਮੰਨਿਆ ਜਾਂਦਾ ਹੈ। ਇਹ ਆਪਣੇ ਪੜ੍ਹੀ ਦੀ ਜਾਣ ਪਛਾਣ। ਹੁਣ ਆਪਣਾ ਫਸਟ ਪੁਆਇੰਟ ਹੈ ਵਿਕਸਿਤ ਸੰਵਿਧਾਨ। ਆਪਾਂ ਪੜ੍ਹਦੇ ਹਾਂ ਬਰਤਾਨਵੀ ਰਾਜਨੀਤੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ। ਫਸਟ ਪੁਆਇੰਟ ਹੈ ਵਿਕਸਿਤ ਸੰਵਿਧਾਨ। ਕਹਿੰਦੇ ਜੇਕਰ ਕੋਈ ਵੀ ਵਿਦਵਾਨ ਕਹਿੰਦੇ ਇਸ ਦੀ ਕੀ ਹੈ ਖੋਜ ਕਰਨਾ ਚਾਹੇ ਜਾਂ ਰਿਸਰਚ ਕਰਨਾ ਚਾਹੇ ਕਿ ਸੰਯੁਕਤ ਰਾਜ ਅਮਰੀਕਾ ਠੀਕ ਹੈ ਜਾਂ ਭਾਰਤ ਆਦਿ ਦੇਸ਼ਾਂ ਦੇ ਸੰਵਿਧਾਨ ਦੀ ਤਰ੍ਹਾਂ ਬਰਤਾਨੀਆ ਸੰਵਿਧਾਨ ਦਾ ਨਿਰਮਾਣ ਕਦੋਂ ਹੋਇਆ, ਠੀਕ ਹੈ, ਇਹ ਕਿਹੜੀ ਸੰਵਿਧਾਨ ਸਭਾ ਨੇ ਨਿਰਮਾਣ ਕੀਤਾ, ਇਹਦੇ ਬਾਰੇ ਕਹਿੰਦੇ ਇਤਿਹਾਸਕਾਰਾਂ ਨੂੰ ਕਿ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਹੈ। ਠੀਕ ਹੈ, ਜਿਵੇਂ ਆਪਾਂ ਨੂੰ ਪਤਾ ਕਿ ਆਪਣੇ ਭਾਰਤ ਦਾ ਜਿਹੜਾ ਸੰਵਿਧਾਨ ਹੈ ਕਿ 26 ਜਨਵਰੀ 1950 ਨੂੰ ਕੀ ਹੈ ਲਾਗੂ ਹੋਇਆ ਜੀ, ਪਰ ਇਹਦੇ ਆਪਾਂ ਨੂੰ ਬਰਤਾਨੀਆ ਦੇ ਸੰਵਿਧਾਨ ਬਾਰੇ ਆਪਾਂ ਨੂੰ ਕੋਈ ਵੀ ਕੀ ਹੈ ਜਾਣਕਾਰੀ ਨਹੀਂ ਮਿਲਦੀ। ਉਹਦੀ ਕਿਹੜੀ ਸਭਾ ਸੀ, ਠੀਕ ਹੈ, ਸੰਵਿਧਾਨ ਸਭਾ ਨੇ ਤਿਆਰ ਕੀਤਾ। ਠੀਕ ਹੈ, ਬਰਤਾਨੀਆ ਸੰਵਿਧਾਨ ਦਾ ਨਿਰਮਾਣ ਕਦੋਂ ਹੋਇਆ, ਠੀਕ ਹੈ, ਇੱਥੇ ਨਾ ਹੀ ਇਹਦੀ ਕਿਸੇ ਕੋਈ ਮਿਤੀ ਬਾਰੇ ਆਪਾਂ ਨੂੰ ਕੀ ਹੈ ਕਿ ਸੰਵਿਧਾਨ ਨੂੰ ਕਦੋਂ ਲਾਗੂ ਕੀਤਾ ਗਿਆ, ਨਾ ਹੀ ਆਪਾਂ ਨੂੰ ਇਤਿਹਾਸ ਦੀ ਇਹਦੀ ਮਿਤੀ ਬਾਰੇ ਪਤਾ ਸੰਵਿਧਾਨ ਦੀ ਕਿ ਕਦੋਂ ਲਾਗੂ ਕੀਤਾ ਗਿਆ। ਜਿਹੜਾ ਬਰਤਾਨੀਆ ਸੰਵਿਧਾਨ ਦੇ ਸਮੇਂ ਦੀ ਚਾਲ ਦੇ ਨਾਲ ਨਾਲ ਕਹਿੰਦੇ ਹੌਲੀ ਹੌਲੀ ਕੀ ਇਹਦਾ ਵਿਕਾਸ ਹੋਇਆ ਸੀ। ਇਸ ਕਰਕੇ ਬਰਤਾਨੀਆ ਸੰਵਿਧਾਨ ਕਿ ਇੱਕ ਵਿਕਸਿਤ ਸੰਵਿਧਾਨ ਹੈ। ਠੀਕ ਹੈ, ਇਸ ਕਰਕੇ ਕਹਿੰਦੇ ਇਹਦੇ ਬਾਰੇ ਆਪਾਂ ਨੂੰ ਕੋਈ ਵੀ ਕਿ ਪੂਰਨ ਰੂਪ ਵਿੱਚ ਜਾਣਕਾਰੀ ਨਹੀਂ ਮਿਲਦੀ। ਸੈਕਿੰਡ ਪੁਆਇੰਟ ਆਪਣਾ ਕੁਝ ਭਾਗ ਲਿਖਤੀ ਅਤੇ ਕੁਝ ਅਲਿਖਤੀ। ਕਿ ਬਰਤਾਨੀਆ ਸੰਵਿਧਾਨ ਸੰਪੂਰਨ ਰੂਪ ਵਿੱਚ ਲਿਖਤੀ ਨਹੀਂ ਹੈਗਾ ਕਿ ਆਪਾਂ ਕਹਿ ਦਈਏ ਸਾਰਾ ਬਰਤਾਨੀਆ ਦਾ ਸੰਵਿਧਾਨ ਕੀ ਹੈ ਲਿਖਤੀ ਹੈ, ਕਿ ਕੁਝ ਭਾਗ ਲਿਖਤੀ ਹੈ ਅਤੇ ਕੁਝ ਭਾਗ ਅਲਿਖਤੀ ਹੈ। ਕਿ ਸੰਸਾਰ ਦੇ ਕਿਸੇ ਵੀ ਦੇਸ਼ ਦਾ ਸੰਵਿਧਾਨ ਸੰਪੂਰਨ ਰੂਪ ਵਿੱਚ ਲਿਖਤੀ ਨਹੀਂ ਹੋ ਸਕਦਾ, ਕਿਉਂਕਿ ਲਿਖਤੀ ਸੰਵਿਧਾਨ ਵਾਲੇ ਦੇਸ਼ਾਂ ਦੀਆਂ ਪਰੰਪਰਾਵਾਂ ਵੀ ਅਵੱਸ਼ ਜਨਮ ਲੈਂਦੀਆਂ ਨੇ। ਠੀਕ ਹੈ, ਕਿ ਜ਼ਰੂਰੀ ਨਹੀਂ ਕਿ ਕਹਿੰਦੇ ਸਾਰੇ ਦੇਸ਼ਾਂ ਦੇ ਵਿੱਚ ਕਿ ਲਿਖਤੀ ਸੰਵਿਧਾਨ ਨਹੀਂ ਹੋ ਸਕਦਾ, ਕਿਉਂਕਿ ਉੱਥੋਂ ਦੀਆਂ ਜਿਹੜੇ ਪਰੰਪਰਾਵਾਂ ਨੇ ਉਹ ਵੀ ਕੀ ਹੈ ਜਨਮ ਲੈਂਦੀਆਂ ਨੇ। ਠੀਕ ਹੈ, ਇਸ ਕਰਕੇ ਪਰ ਕਹਿੰਦੇ ਇੰਗਲੈਂਡ ਦੇ ਸੰਵਿਧਾਨ ਸੰਬੰਧੀ ਇਹ ਗੱਲ ਕਹਿੰਦੇ ਵਿਸ਼ੇਸ਼ ਰੂਪ ਵਿੱਚ ਵਰਣਨਯੋਗ ਹੈ ਕਿ ਇਸ ਦਾ ਬਥੇਰੇ ਭਾਗ ਕੀ ਹੈ ਅਲਿਖਤੀ ਹੈ, ਉੱਥੋਂ ਦੀਆਂ ਰੀਤੀ ਰਿਵਾਜਾਂ 'ਤੇ ਆਧਾਰਿਤ ਹੈ, ਉੱਥੋਂ ਦੀਆਂ ਪਰੰਪਰਾਵਾਂ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇੰਗਲੈਂਡ ਦਾ ਜਿਹੜਾ ਸੰਵਿਧਾਨ ਜੋ ਲਿਖਤੀ ਰੂਪ ਵਿੱਚ ਮੌਜੂਦ ਹੈ ਉਹ ਕਿਸੇ ਵੀ ਪਰ ਸੰਵਿਧਾਨਿਕ ਦਸਤਾਵੇਜ਼ ਵਿੱਚ ਨਹੀਂ ਹੈਗਾ। ਠੀਕ ਹੈ, ਜਿੰਨਾ ਵੀ ਉੱਥੇ ਲਿਖਤੀ ਸੰਵਿਧਾਨ ਉਹਦਾ ਕੋਈ ਦਸਤਾਵੇਜ਼ ਨਹੀਂ ਹੈਗਾ, ਸਗੋਂ ਵੱਖ-ਵੱਖ ਇਤਿਹਾਸਿਕ ਪੱਤਰਾਂ ਸਮੇਂ-ਸਮੇਂ ਦੇ ਪਾਸ ਕੀਤੇ ਗਏ ਕਾਨੂੰਨਾਂ ਵਿੱਚ ਹੀ ਮਿਲਦਾ ਹੈ। ਸਮੇਂ-ਸਮੇਂ ਦੇ ਬਾਦਸ਼ਾਹ ਦੁਆਰਾ ਜਾਰੀ ਕੀਤੇ ਗਏ ਮਹਾਨ ਚਾਰਟ ਅਤੇ ਬਰਤਾਨਵੀ ਸੰਸਦ ਦੁਆਰਾ ਪਾਸ ਕੀਤੇ ਕਾਨੂੰਨ ਕਹਿੰਦੇ ਬਰਤਾਨਵੀ ਸੰਵਿਧਾਨ ਵਿੱਚ ਕੀ ਹੈ ਸ਼ਾਮਲ ਕੀਤੇ ਗਏ ਨੇ। ਜਿਹੜਾ ਉੱਥੇ ਲਿਖਤੀ ਸੰਵਿਧਾਨ ਹੈ ਠੀਕ ਹੈ ਕਿ ਜਿਹੜਾ ਬਾਦਸ਼ਾਹ ਦੀ ਸਮੇਂ-ਸਮੇਂ 'ਤੇ ਆਪਣੇ ਕਾਨੂੰਨ ਜਾਰੀ ਕਰਦਾ ਸੀ, ਸਮੇਂ-ਸਮੇਂ 'ਤੇ ਆਪਣੇ ਚਾਰਟ ਜਾਰੀ ਕਰਦਾ ਸੀ, ਪਰ ਉਹਦੇ ਕੋਈ ਵੀ ਇੱਕ ਸੰਵਿਧਾਨਕ ਦਸਤਾਵੇਜ਼ ਦੇ ਵਿੱਚ ਨਹੀਂ ਹੈਗੇ ਸੀ। ਠੀਕ ਹੈ, ਇਹਦਾ ਹੋ ਗਿਆ ਲਿਖਤੀ ਭਾਗ। ਜਿਹੜਾ ਅਲਿਖਤੀ ਭਾਗ ਕਿਹੜਾ ਹੈ ਉਹਦੇ ਵਿੱਚ ਆ ਜਾਂਦਾ ਹੈ ਜਿਵੇਂ ਮੰਤਰੀ ਮੰਡਲ ਦੀ ਸੰਸਥਾ ਹੋ ਗਈ, ਪ੍ਰਧਾਨ ਮੰਤਰੀ ਦੀ ਪਦਵੀ ਹੋ ਗਈ, ਪ੍ਰਧਾਨ ਮੰਤਰੀ ਦਾ ਕੌਮਨ ਸਦਨ ਵਿੱਚ ਹੋਣਾ, ਮੰਤਰੀ ਮੰਡਲ ਦੀ ਕੌਮਨ ਸਦਨ ਪ੍ਰਤੀ ਉੱਤਰਦਾਇਤਾ, ਦਲ ਪ੍ਰਣਾਲੀ ਦਾ ਵਿਕਾਸ, ਸਪੀਕਰ ਦੀ ਨਿਯੁਕਤੀ, ਇਹ ਸਭ ਕੁਝ ਕੀ ਨੇ ਇਹ ਸਾਰੇ ਲਿਖਤੀ ਪਰੰਪਰਾਵਾਂ 'ਤੇ ਆਧਾਰਿਤ ਸੀ। ਠੀਕ ਹੈ, ਜਿੰਨੀਆਂ ਵੀ ਇਹ ਨਿਯੁਕਤੀਆਂ ਹੋਈਆਂ ਸੀ ਠੀਕ ਹੈ ਭਾਵੇਂ ਮੰਤਰੀ ਮੰਡਲ ਦੀ ਸੀ, ਪ੍ਰਧਾਨ ਮੰਤਰੀ ਦੀ, ਇਹ ਸਾਰੀਆਂ ਕੀ ਸੀ ਉੱਥੋਂ ਦੀਆਂ ਪਰੰਪਰਾਵਾਂ 'ਤੇ ਉੱਥੋਂ ਦੇ ਰੀਤੀ ਰਿਵਾਜਾਂ 'ਤੇ ਆਧਾਰਿਤ ਸੀ। ਇਸ ਕਰਕੇ ਇਸ ਦਾ ਕੁਝ ਭਾਗ ਲਿਖਤੀ ਸੀ ਅਤੇ ਕੁਝ ਭਾਗ ਅਲਿਖਤੀ ਸੀ। ਠੀਕ ਹੈ, ਆਪਣਾ ਨੈਕਸਟ ਪੁਆਇੰਟ ਹੈ ਲਚਕੀਲਾ ਸੰਵਿਧਾਨ। ਕਿ ਇੰਗਲੈਂਡ ਦਾ ਸੰਵਿਧਾਨ ਕਹਿੰਦੇ ਠੀਕ ਹੈ ਇੱਕ ਲਚਕੀਲਾ ਸੰਵਿਧਾਨ ਹੈ। ਕਿ ਲਚਕੀਲਾ ਸੰਵਿਧਾਨ ਉਸ ਸੰਵਿਧਾਨ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਸੰਸਦ ਸਧਾਰਨ ਕਾਨੂੰਨ
ਪਾਸ ਕਰਨ ਦੀ ਵਿਧੀ ਦੁਆਰਾ ਹੀ ਬਦਲ ਸਕਦਾ, ਠੀਕ ਹੈ। ਕੋਈ ਉਹਦੀ ਇੱਕ ਬਹੁਤ ਸਰਲ ਕਹਿ ਲਓ, ਬਹੁਤ ਸੌਖੀ ਕੀ ਹੈ ਵਿਧੀ ਦੁਆਰਾ, ਠੀਕ ਹੈ, ਕਿ ਉਹਨੂੰ ਬਦਲ ਦਿੱਤਾ ਜਾਂਦਾ। ਆਪਾਂ ਉਹਦੇ ਵਿੱਚ ਕੋਈ ਵੀ ਤਰਤੀਬ ਕਰ ਸਕਦੇ ਹਾਂ, ਆਪਾਂ ਕੋਈ ਵੀ ਸੋਧ ਕਰ ਸਕਦੇ ਹਾਂ, ਆਪਾਂ ਕੀ ਜਲਦੀ ਆਪਾਂ ਉਹਦੇ ਵਿੱਚ ਕੋਈ ਤਬਦੀਲੀ ਕਰ ਸਕਦੇ ਹਾਂ, ਉਹਨੂੰ ਆਪਾਂ ਕੀ ਲਚਕੀਲਾ ਸੰਵਿਧਾਨ ਕਿਹਾ ਜਾਂਦਾ ਹੈ। ਕਠੋਰ ਸੰਵਿਧਾਨ ਉਹ ਹੁੰਦਾ ਜਿਨ੍ਹਾਂ ਵਿੱਚ ਤਰਤੀਬ ਕਰਨ ਦੀ ਕੋਈ ਵਿਸ਼ੇਸ਼ ਵਿਧੀ ਨਿਸ਼ਚਿਤ ਹੁੰਦੀ ਹੈ, ਜਿਹਦੀ ਕੋਈ ਖਾਸ, ਠੀਕ ਹੈ, ਵਿਸ਼ੇਸ਼, ਜਿਹਦੇ ਵਿੱਚ ਆਪਾਂ ਕੋਈ ਛੇਤੀ ਜਲਦੀ ਤੋਂ ਜਲਦੀ ਆਪਾਂ ਕੋਈ ਤਬਦੀਲੀ ਨਹੀਂ ਕਰ ਸਕਦੇ, ਆਪਾਂ ਜਲਦੀ ਤੋਂ ਜਲਦੀ ਆਪਾਂ ਕੋਈ ਪਰਿਵਰਤਨ ਨਹੀਂ ਕਰ ਸਕਦੇ, ਠੀਕ ਹੈ। ਜਿਵੇਂ ਆਪਣੇ ਭਾਰਤ ਦਾ ਸੰਵਿਧਾਨ ਨੂੰ ਆਪਾਂ ਕਠੋਰ ਸੰਵਿਧਾਨ ਵੀ ਕਹਿ ਦਿੰਦੇ ਹਾਂ, ਲਚਕੀਲਾ ਸੰਵਿਧਾਨ ਵੀ ਕਹਿ ਦਿੰਦੇ ਹਾਂ, ਠੀਕ ਹੈ। ਇਸ ਕਰਕੇ ਉਹਦੇ ਵਿੱਚ ਜਲਦੀ ਤੋਂ ਜਲਦੀ ਕੋਈ ਤਬਦੀਲੀ ਵੀ ਨਹੀਂ ਕੀਤੀ ਜਾਂਦੀ ਅਤੇ ਕੀਤੀ ਵੀ ਜਾ ਸਕਦੀ। ਜਿਵੇਂ ਅਮਰੀਕਾ ਦਾ ਸੰਵਿਧਾਨ ਹੈ ਉਹ ਇਕੱਲਾ ਕਠੋਰ ਸੰਵਿਧਾਨ ਹੈ, ਉਹਦੇ ਵਿੱਚ ਬਹੁਤ ਘੱਟ ਤਬਦੀਲੀ ਹੁੰਦੀ ਹੈ, ਜਲਦੀ ਆਪਾਂ ਕਰ ਨਹੀਂ ਸਕਦੇ। ਪਰ ਜਿਹੜਾ ਇੰਗਲੈਂਡ ਦਾ ਸੰਵਿਧਾਨ ਹੈ ਉਹ ਕੀ ਲਚਕੀਲਾ ਸੰਵਿਧਾਨ ਹੈ, ਜਿਹਨੂੰ ਬਹੁਤ ਆਸਾਨੀ ਨਾਲ ਬਦਲਿਆ ਜਾ ਸਕਦਾ। ਨੈਕਸਟ ਪੁਆਇੰਟ ਆਪਣਾ ਜੱਦੀ ਅਤੇ ਸੀਮਿਤ ਰਾਜਤੰਤਰ। ਕਹਿੰਦੇ ਆਧੁਨਿਕ ਲੋਕਤੰਤਰ ਯੁੱਗ ਵਿੱਚ ਲੋਕਤੰਤਰ ਦੇ ਘਰ ਇੰਗਲੈਂਡ ਵਿੱਚ ਰਾਜਤੰਤਰ ਦੀ ਹੋਂਦ ਕਹਿੰਦੇ ਬੜੀ ਅਚੰਭੇ ਵਾਲੀ ਜਾਪਦੀ ਹੈ, ਠੀਕ ਹੈ ਜੀ। ਰਾਜਤੰਤਰ ਦੀ ਹੋਂਦ ਹੈ ਉਹ ਬੜੀ ਅਚੰਭੇ ਵਾਲੀ ਜਾਪਦੀ ਹੈ, ਕਿਉਂਕਿ ਇੰਗਲੈਂਡ ਵਿੱਚ ਨਿਰੰਕੁਸ਼ ਰਾਜਤੰਤਰ ਨਹੀਂ ਹੈਗਾ, ਸਗੋਂ ਸੀਮਿਤ ਰਾਜਤੰਤਰ ਹੈ। ਸੀਮਿਤ ਰਾਜਤੰਤਰ ਕੀ ਹੁੰਦਾ ਹੈ ਕਿ ਇੰਗਲੈਂਡ ਵਿੱਚ ਰਾਜਾ ਜਾਂ ਰਾਣੀ ਦੇਸ਼ ਦਾ ਮੁਖੀ ਜ਼ਰੂਰ ਹੈ, ਠੀਕ ਹੈ। ਇੰਗਲੈਂਡ ਵਿੱਚ ਰਾਜਾ ਜਾਂ ਰਾਣੀ ਦੇਸ਼ ਦਾ ਮੁਖੀ ਜ਼ਰੂਰ ਹੈ, ਪਰ ਅਸਲ ਸ਼ਕਤੀਆਂ ਦੀ ਵਰਤੋਂ ਨਹੀਂ ਕਰਦਾ ਉਹ, ਠੀਕ ਹੈ। ਜਿਵੇਂ ਆਪਣੇ ਭਾਰਤ ਦੇ ਵਿੱਚ ਆਪਾਂ ਰਾਸ਼ਟਰਪਤੀ ਹੈ ਨਾ, ਰਾਸ਼ਟਰਪਤੀ ਕੀ ਹੈ ਨਾ ਮਾਤਰ ਕਾਰਜਪਾਲਿਕਾ ਹੈ, ਉਹ ਅਸਲੀ ਸ਼ਕਤੀਆਂ ਦੀ ਵਰਤੋਂ ਨਹੀਂ ਕਰਦਾ। ਅਸਲੀ ਸ਼ਕਤੀਆਂ ਦੀ ਵਰਤੋਂ ਕੌਣ ਕਰਦਾ ਹੈ? ਮੰਤਰੀ ਮੰਡਲ ਕਰਦਾ। ਮੰਤਰੀ ਮੰਡਲ ਪ੍ਰਧਾਨ ਮੰਤਰੀ ਕੋਲੇ ਕੀ ਨੇ? ਸਾਰੀਆਂ ਸ਼ਕਤੀਆਂ ਨੇ, ਠੀਕ ਹੈ। ਅਸੀਂ ਇੰਗਲੈਂਡ ਦੇ ਵਿੱਚ ਉੱਥੇ ਰਾਜਾ ਜਾਂ ਰਾਣੀ ਨੂੰ ਇੱਕ ਤਰ੍ਹਾਂ ਦਾ ਕੀ ਹੈ ਰਾਸ਼ਟਰਪਤੀ ਕਿਹਾ ਜਾਂਦਾ, ਠੀਕ ਹੈ, ਇੰਗਲੈਂਡ ਦੇ ਵਿੱਚ। ਇਸ ਕਰਕੇ ਉਹ ਕੀ ਇੱਕ ਦੇਸ਼ ਦਾ ਮੁਖੀ ਦਾ ਜ਼ਰੂਰ ਹੈ, ਪਰ ਅਸਲ ਵਿੱਚ ਉਹ ਸ਼ਕਤੀਆਂ ਦੀ ਵਰਤੋਂ ਨਹੀਂ ਕਰਦਾ। ਸ਼ਕਤੀਆਂ ਦੀ ਵਰਤੋਂ ਕੌਣ ਕਰਦਾ? ਜੋ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਜਾਂ ਮੰਤਰੀਆਂ ਦੁਆਰਾ ਕੀਤੀ ਜਾਂਦੀ ਹੈ, ਜੋ ਮੰਤਰੀ ਮੰਡਲ ਹੁੰਦਾ ਹੈ। ਇਸ ਕਰਕੇ ਇਹਨੇ ਕੋਈ ਸਮਾਂ ਸੀ ਜਦੋਂ ਸੰਬੰਧੀ ਸ਼ਾਸਨ ਸੰਬੰਧੀ ਜੋ ਵੀ ਨੀਤੀਆਂ ਦਾ ਨਿਰਮਾਣ ਕਿ ਨਿਰੰਕੁਸ਼ ਰਾਜਾ ਆਪ ਕਰਦਾ ਸੀ। ਉਹ ਆਪਣੇ ਮੰਤਰੀਆਂ ਪਾਸੋਂ ਆਪਣੀ ਇੱਛਾ ਅਨੁਸਾਰ ਕੇਵਲ ਸਲਾਹ ਲੈਂਦਾ ਸੀ। ਮੰਤਰੀਆਂ ਦੀ ਸਲਾਹ ਸਵੀਕਾਰ ਕਰਨਾ ਨਾ ਕਰਨਾ ਉਹ ਰਾਜੇ ਦੀ ਇੱਛਾ 'ਤੇ ਨਿਰਭਰ ਸੀ। ਪਰ ਅੱਜ ਦੇ ਸਮੇਂ ਕੀ ਹੋ ਗਿਆ? ਵਰਤਮਾਨ ਸਮੇਂ ਉੱਥੇ ਕੀ ਹੈ? ਮੰਤਰੀ ਮੰਡਲ ਹੈ। ਮੰਤਰੀ ਮੰਡਲ ਦੀ ਹੋਂਦ ਕੀ ਹੈ? ਬਰਤਾਨਵੀ ਸੰਸਦ ਪ੍ਰਣਾਲੀ ਦੀ ਇੱਕ ਮਹੱਤਵਪੂਰਨ ਕੀ ਹੈ ਵਿਸ਼ੇਸ਼ਤਾ ਮੰਨੀ ਜਾਂਦੀ ਹੈ। ਨੈਕਸਟ ਪੁਆਇੰਟ ਆਪਾਂ ਨਾ ਸੰਸਦੀ ਸ਼ਾਸਨ ਪ੍ਰਣਾਲੀ। ਪੰਜਵਾਂ ਪੁਆਇੰਟ ਹੈ ਸੰਸਦੀ ਸ਼ਾਸਨ ਪ੍ਰਣਾਲੀ। ਕਹਿੰਦੇ ਬਰਤਾਨਵੀ ਸੰਵਿਧਾਨਿਕ ਪ੍ਰਣਾਲੀ ਦੀ, ਠੀਕ ਹੈ, ਸੰਸਦੀ ਸ਼ਾਸਨ ਪ੍ਰਣਾਲੀ ਬਹੁਤ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਜਿਵੇਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਪ੍ਰਧਾਨਗੀ ਸ਼ਾਸਨ ਪ੍ਰਣਾਲੀ ਅਪਣਾਈ ਜਾਂਦੀ ਹੈ, ਹੈ ਨਾ। ਅਸੀਂ ਬਰਤਾਨੀਆ ਦੇ ਵਿੱਚ ਕੀ ਹੈ ਅਮਰੀਕਾ ਦੇ ਵਿੱਚ ਕੀ ਹੈ ਪ੍ਰਧਾਨਗੀ ਸ਼ਾਸਨ ਪ੍ਰਣਾਲੀ ਅਪਣਾਈ ਜਾਂਦੀ ਹੈ, ਠੀਕ ਹੈ। ਅਸੀਂ ਮਤਲਬ ਬਰਤਾਨੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਅਪਣਾਈ ਜਾਂਦੀ ਹੈ, ਠੀਕ ਹੈ। ਕਹਿੰਦੇ ਜੀ ਸੰਸਦੀ ਸ਼ਾਸਨ ਪ੍ਰਣਾਲੀ ਦਾ ਆਰੰਭ ਹੈ ਉਹ ਇੰਗਲੈਂਡ ਦੀ ਧਰਤੀ 'ਤੇ ਹੋਇਆ, ਠੀਕ ਹੈ। ਕਿ ਜਿਹੜਾ ਇਹਦਾ ਜਨਮਦਾਤਾ ਮੰਨਿਆ ਜਾਂਦਾ ਉਹ ਇੰਗਲੈਂਡ ਨੂੰ ਮੰਨਿਆ ਜਾਂਦਾ ਸੰਸਦੀ ਸ਼ਾਸਨ ਪ੍ਰਣਾਲੀ ਦਾ, ਠੀਕ ਹੈ। ਇਸ ਕਰਕੇ ਬਰਤਾਨਵੀ ਪਰੰਪਰਾਵਾਂ ਦੇ ਆਧਾਰ 'ਤੇ ਹੀ ਕਹਿੰਦੇ ਦੂਜੇ ਦੇਸ਼ਾਂ ਵਿੱਚ ਵੀ ਇਸ ਪ੍ਰਕਾਰ ਦੀ ਕਿ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ ਗਈ, ਠੀਕ ਹੈ। ਜਿਵੇਂ ਬਰਤਾਨੀਆ ਦੇ ਵਿੱਚ ਰੀਤੀ ਰਿਵਾਜ ਨੇ, ਪਰੰਪਰਾਵਾਂ ਨੇ, ਉਹਨਾਂ ਦੇ ਆਧਾਰਿਤ ਕਹਿੰਦੇ ਦੂਜੇ ਦੇਸ਼ਾਂ ਦੇ ਵਿੱਚ ਵੀ ਇੱਕ ਮਿੰਟ ਵੇਟ ਕਰੋ। ਠੀਕ ਹੈ, ਦੂਜੇ ਦੇਸ਼ਾਂ ਦੇ ਵਿੱਚ ਵੀ ਕਿ ਸੰਸਦੀ ਸ਼ਾਸਨ ਪ੍ਰਣਾਲੀ ਦੀ ਕਿ ਸਥਾਪਨਾ ਕੀਤੀ ਗਈ ਸੀ, ਠੀਕ ਹੈ। ਇਸ ਕਰਕੇ ਜਿਵੇਂ ਆਪਣਾ ਭਾਰਤ ਹੈ ਨਾ, ਆਪਣੇ ਭਾਰਤ ਦੇ ਵਿੱਚ ਕਿ ਸੰਸਦੀ ਸ਼ਾਸਨ ਪ੍ਰਣਾਲੀ ਹੈ ਉਹ ਕਿੱਥੋਂ ਲਈ ਗਈ ਹੈ ਕਿ ਇੰਗਲੈਂਡ ਤੋਂ ਲਈ ਗਈ ਹੈ। ਇਸ ਕਰਕੇ ਇਹਦੇ ਸੰਸਦੀ ਸ਼ਾਸਨ ਪ੍ਰਣਾਲੀ ਦੇ ਕੁਝ ਨਿਸ਼ਚਿਤ ਸਿਧਾਂਤ ਹਨ ਜੋ ਇੰਗਲੈਂਡ ਦੀ ਸ਼ਾਸਨ ਪ੍ਰਣਾਲੀ ਵਿੱਚ ਹੀ ਮਿਲਦੇ ਹਨ। ਜਿਵੇਂ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਹੈ, ਠੀਕ ਹੈ। ਜਿਵੇਂ ਇੰਗਲੈਂਡ ਵਿੱਚ ਬਾਦਸ਼ਾਹ ਜਾਂ ਰਾਣੀ ਦੇਸ਼ ਦਾ ਕੀ ਨਾ ਮਾਤਰ ਮੁਖੀ ਹੈ। ਸ਼ਾਸਨ ਦੀਆਂ ਜਿਹੜੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਹੈ ਉਹ ਅਸਲ ਵਿੱਚ ਕੌਣ ਕਰਦਾ ਹੈ? ਮੰਤਰੀ ਮੰਡਲ ਕਰਦਾ ਹੈ, ਠੀਕ ਹੈ। ਇਸ ਕਰਕੇ ਬਾਦਸ਼ਾਹ ਕਿ ਇੱਕ ਉਹ ਨਾ ਮਾਤਰ ਕਾਰਜਪਾਲਿਕਾ, ਉਹਦੇ ਕੋਲ ਕੋਈ ਵੀ ਕੀ ਸ਼ਕਤੀ ਨਹੀਂ ਹੈਗੀ। ਜਿਹੜੀ ਅਸਲੀ ਸ਼ਕਤੀ ਨੂੰ ਕੌਣ ਆ? ਉਹ ਸਿਰਫ ਮੰਤਰੀ ਮੰਡਲ ਹੈ ਜਾਂ ਪ੍ਰਧਾਨ ਮੰਤਰੀ ਹੈ, ਠੀਕ ਹੈ। ਇਸ ਕਰਕੇ ਕੀ ਹੈ ਇੰਗਲੈਂਡ ਦੇ ਵਿੱਚ ਇਹ ਸੰਸਦੀ ਸ਼ਾਸਨ ਪ੍ਰਣਾਲੀ ਦਾ ਜਨਮਦਾਤਾ ਕੀ ਹੈ? ਇੰਗਲੈਂਡ ਨੂੰ ਮੰਨਿਆ ਗਿਆ, ਠੀਕ ਹੈ। ਆਪਣਾ ਨੈਕਸਟ ਪੁਆਇੰਟ ਹੈ 6ਵਾਂ ਪੁਆਇੰਟ ਹੈ ਸੰਸਦ ਦੀ ਪ੍ਰਭੂ ਸੱਤਾ, ਠੀਕ ਹੈ। ਜਿਹੜੀ ਸੰਸਦ ਦੀ ਪ੍ਰਭੂ ਸੱਤਾ ਤੋਂ ਭਾਵ ਇਹ ਹੈ ਕਿ ਜਿਹੜੀ ਸੰਸਦ ਹੈ, ਠੀਕ ਹੈ, ਉਹ ਆਪਣੇ ਹਰੇਕ ਪ੍ਰਕਾਰ ਦੇ ਕਾਨੂੰਨ ਦਾ ਕੀ ਨਿਰਮਾਣ ਕਰ ਸਕਦੀ ਹੈ। ਕਿ ਜਿਹੜੀ ਸੰਸਦ ਹੁੰਦਾ ਹੈ ਕਿ ਉਹ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੈ ਕਿ ਉਹ ਹਰੇਕ ਪ੍ਰਕਾਰ ਦੇ ਕੀ ਕਾਨੂੰਨ ਦਾ ਨਿਰਮਾਣ ਕਰ ਸਕਦੀ ਹੈ। ਕਿਸੇ ਵੀ ਕਾਨੂੰਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਤਬਦੀਲੀ ਕਰ ਸਕਦੀ ਹੈ, ਕਿਸੇ ਪ੍ਰਕਾਰ ਦੀ ਕੋਈ ਸੋਧ ਕਰ ਸਕਦੀ ਹੈ, ਪਹਿਲਾਂ ਪਾਸ ਕੀਤੇ ਕਾਨੂੰਨ ਨੂੰ ਸਮਾਪਤ ਕਰ ਸਕਦੀ ਹੈ, ਕੋਈ ਵੀ ਨਵਾਂ ਕਾਨੂੰਨ ਕੀ ਲਿਆ ਸਕਦੀ ਹੈ। ਇਸ ਸੰਸਦ ਦੁਆਰਾ ਪਾਸ ਕੀਤੇ ਕਾਨੂੰਨਾਂ ਨੂੰ ਆਪਾਂ ਕਿਸੇ ਅਦਾਲਤ ਦੇ ਵਿੱਚ ਵੀ ਕੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ, ਠੀਕ ਹੈ। ਕਿਸੇ ਵੀ ਅਦਾਲਤ ਨੂੰ ਸੰਸਦ ਦੁਆਰਾ ਪਾਸ ਕੀਤੇ ਕਾਨੂੰਨ ਨੂੰ
ਕੋਈ ਵੀ ਰੱਦ ਕਰਨ ਦਾ ਕੀ ਅਧਿਕਾਰ ਨਹੀਂ ਹੈਗਾ। ਇਸ ਕਰਕੇ ਜਿਹੜੀ ਸੰਸਦ ਹੁੰਦੀ ਹੈ ਉਹ ਇੱਕ ਕੀ ਹੈ ਸਰਬ ਉੱਚ ਸ਼ਕਤੀਸ਼ਾਲੀ ਹੁੰਦੀ ਹੈ, ਸਭ ਤੋਂ ਇੱਕ ਤਰ੍ਹਾਂ ਦੀ ਕੀ ਉੱਚੀ ਹੁੰਦੀ ਹੈ, ਕਿਉਂਕਿ ਸੰਸਦ ਕੋਲੇ ਕੀ ਇੱਕ ਤਰ੍ਹਾਂ ਦੀ ਆਪਣੀ ਸਾਰੀ ਕੀ ਸ਼ਕਤੀ ਹੁੰਦੀ ਹੈ, ਠੀਕ ਹੈ। ਕਿਉਂਕਿ ਸੰਸਦ ਦੇ ਵਿੱਚ ਨਾ ਕੌਣ ਜਾਂਦੇ ਨੇ, ਸਿਰਫ ਉਹਦੇ ਵਿੱਚ ਉਹ ਮੈਂਬਰ ਜਾਂਦੇ ਨੇ ਜਿਹੜੇ ਲੋਕਾਂ ਦੇ ਚੁਣੇ ਹੁੰਦੇ ਨੇ, ਠੀਕ ਹੈ। ਜਿਵੇਂ ਆਪਣੇ ਭਾਰਤ ਦੇ ਵਿੱਚ ਸੰਸਦ 2 ਸਦਨ ਨੇ, ਲੋਕ ਸਭਾ ਅਤੇ ਰਾਜ ਸਭਾ, ਹੈ ਨਾ। ਲੋਕ ਸਭਾ ਜਿਹੜੇ ਚੁਣੇ ਹੋਏ ਮੈਂਬਰ ਹੁੰਦੇ ਨੇ, ਆਪਣੇ ਭਾਰਤ ਦੇ ਵਿੱਚ ਲਾ ਲਓ, ਹੈ ਨਾ, ਕਿ ਜਿਹੜਾ ਮੰਤਰੀ ਮੰਡਲ ਸੰਸਦ ਦਾ ਸਭ ਤੋਂ ਜ਼ਿਆਦਾ ਕੀ ਹੈ ਸ਼ਕਤੀਸ਼ਾਲੀ ਹੈ ਨਾ। ਕਿਸੇ ਵੀ ਖੇਤਰ ਨੂੰ ਘਟਾ ਸਕਦਾ, ਕਿਸੇ ਵੀ ਖੇਤਰ ਨੂੰ ਵਧਾ ਸਕਦਾ, ਕੋਈ ਸੀਮਾਵਾਂ ਚੇਂਜ ਕਰ ਸਕਦਾ, ਕਿਸੇ ਸਟੇਟ ਦਾ ਨਾਂ ਬਦਲ ਸਕਦਾ, ਠੀਕ ਹੈ। ਇੰਗਲੈਂਡ ਦੇ ਵਿੱਚ ਜਿਹੜੀ ਸੰਸਦ ਦੀ ਪ੍ਰਭੂ ਸੱਤਾ ਹੈ ਉਹ ਵੀ ਕੀ ਹੈ ਬਹੁਤ ਹੀ ਜ਼ਿਆਦਾ ਕੀ ਹੈ ਸ਼ਕਤੀਸ਼ਾਲੀ ਹੈ। ਉਹ ਹਰੇਕ ਪ੍ਰਕਾਰ ਦੇ ਕੀ ਹੈ ਕਾਨੂੰਨ ਦਾ ਕੀ ਹੈ ਨਿਰਮਾਣ ਕਰ ਸਕਦੀ ਹੈ, ਠੀਕ ਹੈ। ਕੋਈ ਤਬਦੀਲੀ ਕਰ ਸਕਦੀ ਹੈ, ਠੀਕ ਹੈ। ਕੋਈ ਕਾਨੂੰਨ ਨੂੰ ਸਮਾਪਤ ਕਰ ਸਕਦੀ ਹੈ, ਉਹਨੂੰ ਅਦਾਲਤ ਵੀ ਕੋਈ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਇਸ ਕਰਕੇ ਆਪਣਾ ਨੈਕਸਟ ਪੁਆਇੰਟ ਹੈ 7ਵਾਂ ਪੁਆਇੰਟ ਇਕਾਤਮਕ ਸ਼ਾਸਨ ਪ੍ਰਣਾਲੀ। ਕਹਿੰਦੇ ਸੰਯੁਕਤ ਰਾਜ ਅਮਰੀਕਾ ਦੀ ਸੰਘਾਤਮ ਪ੍ਰਣਾਲੀ ਦੇ ਉਲਟ ਇੰਗਲੈਂਡ ਦੇ ਵਿੱਚ ਕੀ ਇਕਾਤਮਕ ਸ਼ਾਸਨ ਪ੍ਰਣਾਲੀ ਹੈ ਨਾ। ਜਿਵੇਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਕੀ ਹੈ ਸੰਘਾਤਮਕ ਸ਼ਾਸਨ ਪ੍ਰਣਾਲੀ ਹੈ, ਠੀਕ ਹੈ। ਜਿਵੇਂ ਆਪਣੇ ਭਾਰਤ ਦੇ ਵਿੱਚ ਵੀ ਕੀ ਹੈ ਸੰਘਾਤਮਕ ਸ਼ਾਸਨ ਪ੍ਰਣਾਲੀ ਹੈ, ਜਿੱਥੇ ਰਾਜਾਂ ਦਾ ਸੰਗ੍ਰਹਿ ਹੈ, ਠੀਕ ਹੈ, ਜਿੱਥੇ ਕੇਂਦਰ ਸਰਕਾਰ ਹੈ ਅਤੇ ਇੱਕ ਰਾਜ ਸਰਕਾਰ ਹੈ। ਪਰ ਇੰਗਲੈਂਡ ਦੇ ਵਿੱਚ ਕੀ ਹੈ ਸਿਰਫ ਇੱਕ ਹੀ ਸਰਬ ਸ਼ਕਤੀਮਾਨ ਕੇਂਦਰ ਸਰਕਾਰ ਹੈ, ਠੀਕ ਹੈ, ਜੋ ਸਮੁੱਚੇ ਦੇਸ਼ ਦਾ ਸ਼ਾਸਨ ਦਾ ਸੰਚਾਲਨ ਕਰਨ ਲਈ ਜ਼ਿੰਮੇਵਾਰ ਹੈ। ਕਹਿੰਦੇ ਇੰਗਲੈਂਡ ਵਿੱਚ ਪ੍ਰਸ਼ਾਸਨਿਕ ਸਥਾਨਕ ਇਕਾਈਆਂ ਤਾਂ ਜ਼ਰੂਰ ਨੇ, ਠੀਕ ਹੈ। ਇੰਗਲੈਂਡ ਦੇ ਵਿੱਚ ਇਕੱਲੀ ਕੇਂਦਰ ਸਰਕਾਰ ਹੈ ਉਹ ਕੀ ਹੈ ਸਭ ਤੋਂ ਜ਼ਿਆਦਾ ਕੀ ਹੈ ਸ਼ਕਤੀਸ਼ਾਲੀ ਹੈ, ਪਰ ਉੱਥੇ ਲੋਕਲ ਪੱਧਰ 'ਤੇ ਵੀ ਜਿਹੜਾ ਪ੍ਰਸ਼ਾਸਨਿਕ ਸਥਾਨਕ ਇਕਾਈਆਂ ਜ਼ਰੂਰ ਨੇ, ਪਰ ਉਹਨਾਂ ਕੋਲ ਉਹ ਸ਼ਕਤੀ ਨਹੀਂ ਹੈਗੀਆਂ ਜੋ ਕੇਂਦਰ ਸਰਕਾਰ ਕੋਲੇ ਨੇ, ਠੀਕ ਹੈ। ਜਿੰਨੀਆਂ ਜ਼ਿਆਦਾ ਸ਼ਕਤੀਸ਼ਾਲੀਆਂ ਕੇਂਦਰ ਸਰਕਾਰ ਕੋਲੇ ਨੇ ਉਹ ਹੇਠਲੇ ਲੈਵਲ 'ਤੇ ਨਹੀਂ ਹੈਗਾ, ਜਿਹੜਾ ਉੱਥੋਂ ਦਾ ਪ੍ਰਸ਼ਾਸਨ ਹੈ ਸਥਾਨਕ ਹੈ ਲੋਕਲ ਲੈਵਲ 'ਤੇ। ਇਸ ਕਰਕੇ ਅਜਿਹੀਆਂ ਸਥਾਨਕ ਪ੍ਰਸ਼ਾਸਨਿਕ ਇਕਾਈਆਂ ਦੀ ਹੋਂਦ ਸੰਸਦ ਦੇ ਕਾਨੂੰਨ 'ਤੇ ਆਧਾਰਿਤ ਹੈ ਕਿ ਸੰਸਦ ਸਧਾਰਨ ਕਾਨੂੰਨ ਦੁਆਰਾ ਇਹਨਾਂ ਪ੍ਰਸ਼ਾਸਨਿਕ ਇਕਾਈਆਂ ਦੀ ਹੋਂਦ ਨੂੰ ਸਮਾਪਤ ਵੀ ਕਰ ਸਕਦੀ ਹੈ, ਉਹਨਾਂ ਨੂੰ ਪ੍ਰਭਾਵਸ਼ਾਲੀ ਵੀ ਬਣਾ ਸਕਦੀ ਹੈ। ਉਹ ਸਿਰਫ ਕੀ ਹੈ ਕੇਂਦਰ ਸਰਕਾਰ ਦੇ ਉੱਪਰ ਕੀ ਹੈ ਨਿਰਭਰ ਕਰਦਾ ਹੈ, ਠੀਕ ਹੈ। ਇਸ ਕਰਕੇ ਇੰਗਲੈਂਡ ਦੇ ਵਿੱਚ ਕੀ ਹੈ ਇਕਾਤਮਿਕ ਸ਼ਾਸਨ ਪ੍ਰਣਾਲੀ ਹੈ ਜੋ ਕੀ ਹੈ ਸਰਬ ਸ਼ਕਤੀਮਾਨ ਹੈ। ਨੈਕਸਟ ਪੁਆਇੰਟ ਹੈ 2 ਸਦਨੀ ਸੰਸਦ। ਕਿ 2 ਸਦਨੀ ਵਿਧਾਨ ਮੰਡਲ ਦੇ ਜਿਹੜਾ ਸਿਧਾਂਤ ਹੈ ਉਹ ਵੀ ਜਨਮਦਾਤਾ ਇੰਗਲੈਂਡ ਦਾ ਹੈ, ਠੀਕ ਹੈ। ਕਿ ਇੰਗਲੈਂਡ ਤੋਂ ਹੀ ਇਹਦੀ ਸ਼ੁਰੂਆਤ ਹੋਈ ਸੀ, ਇੰਗਲੈਂਡ ਦੇ ਵਿੱਚ ਹੀ, ਠੀਕ ਹੈ, ਇਹਦਾ ਜਨਮ ਹੋਇਆ ਸੀ, ਜਿਹਨੂੰ ਆਪਾਂ 2 ਸਦਨ ਕਹਿੰਦੇ ਨੇ, 2 ਸਦਨੀ ਵਿਧਾਨ ਮੰਡਲ, ਠੀਕ ਹੈ। ਜਿਵੇਂ ਆਪਣੇ ਭਾਰਤ ਦੇ ਵਿੱਚ 2 ਸਦਨ ਨੇ, ਇੱਕ ਲੋਕ ਸਭਾ ਅਤੇ ਰਾਜ ਸਭਾ। ਇੰਗਲੈਂਡ ਦੇ ਵਿੱਚ ਵੀ ਵਰਤਮਾਨ ਸਮੇਂ ਸੰਸਦ ਦੇ 2 ਸਦਨ ਨੇ, ਠੀਕ ਹੈ। ਹੇਠਲੇ ਸਦਨ ਨੂੰ ਕਾਮਨ ਸਦਨ ਕਿਹਾ ਜਾਂਦਾ ਹੈ, ਉੱਪਰਲੇ ਸਦਨ ਨੂੰ ਲੌਰਡ ਸਦਨ ਕਿਹਾ ਜਾਂਦਾ ਹੈ, ਠੀਕ ਹੈ। ਜਿਹੜੇ ਕਾਮਨ ਸਦਨ ਦੇ ਮੈਂਬਰ ਨੇ ਉਹ ਪ੍ਰਤੱਖ ਰੂਪ ਵਿੱਚ ਕੀ ਹੈ ਬਾਲਕ ਵੋਟ ਦੇ ਅਧਿਕਾਰ 'ਤੇ ਲੋਕਾਂ ਦੁਆਰਾ ਚੁਣੇ ਜਾਂਦੇ ਨੇ, ਜਨਤਾ ਦੁਆਰਾ ਚੁਣੇ ਜਾਂਦੇ ਨੇ। ਪਰ ਜਿਹੜੇ ਲੌਰਡ ਸਦਨ ਦੇ ਨੇ, ਠੀਕ ਹੈ, ਉਹਨਾਂ ਦੇ ਜਿਹੜੇ ਸਾਰੇ ਮੈਂਬਰ ਨੇ ਉਹ ਇੱਕ ਨਿਸ਼ਚਿਤ ਵਿਧੀ ਦੁਆਰਾ ਨਹੀਂ ਚੁਣੇ ਜਾਂਦੇ, ਉਹਨਾਂ ਦੇ ਇੱਕ ਜੱਦੀ ਲੌਰਡਸ ਹੈ, ਜਾਂ ਜੱਦੀ ਲੌਰਡਸ ਹੈ, ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ। ਉਹਨਾਂ ਦੀ ਮਤਲਬ ਕਿ ਪੀੜ੍ਹੀ ਦਰ ਪੀੜ੍ਹੀ ਕਿ ਉਹ ਚੁਣੇ ਜਾਂਦੇ ਨੇ, ਠੀਕ ਹੈ। ਇਸ ਕਰਕੇ 1999 ਵਿੱਚ ਕਹਿੰਦੇ ਬਰਤਾਨੀਆ ਸੰਸਦ ਨੇ ਲੌਰਡ ਸਦਨ ਸੰਬੰਧੀ ਕਾਨੂੰਨ ਪਾਸ ਕਰਕੇ ਕੇਵਲ 92 ਜੱਦੀ ਪੀਅਰ ਨੂੰ ਕੀ ਹੈ ਕਾਇਮ ਰੱਖਿਆ ਸੀ, ਬਾਕੀ ਸਾਰੇ ਪੀਅਰ ਨੂੰ ਕੀ ਖਤਮ ਕਰਤਾ ਸੀ, ਠੀਕ ਹੈ। ਇਸ ਕਰਕੇ ਉੱਧਰ ਕੀ ਹੈ ਇਹ ਜਿਹੜਾ ਸਿਸਟਮ ਸੀ ਸਾਰਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਸੀ, ਠੀਕ ਹੈ। ਜਿਵੇਂ ਆਪਣੇ ਰਾਜ ਸਭਾ ਦੇ ਮੈਂਬਰ ਨੇ ਨਾ ਉਹ ਇੱਕ ਨਿਸ਼ਚਿਤ ਵਿਧੀ ਦੁਆਰਾ ਚੁਣੇ ਜਾਂਦੇ ਨੇ, ਅਸੀਂ ਜਿਹੜੇ ਲੌਰਡ ਸਦਨ ਦੇ ਮੈਂਬਰ ਨੇ ਉਹ ਵੀ ਇੱਕ ਨਿਸ਼ਚਿਤ ਵਿਧੀ ਦੁਆਰਾ ਚੁਣੇ ਜਾਂਦੇ ਨੇ, ਅਤੇ ਜਿਹੜੇ ਕਾਮਨ ਸਦਨ ਦੇ ਮੈਂਬਰ ਨੇ ਉਹ ਲੋਕਾਂ ਦੁਆਰਾ ਚੁਣੇ ਜਾਂਦੇ ਨੇ, ਠੀਕ ਹੈ। ਆਪਣਾ ਨੈਕਸਟ ਪੁਆਇੰਟ ਹੈ ਅਤੇ 9ਵਾਂ ਪੁਆਇੰਟ ਹੈ ਪਰੰਪਰਾਵਾਂ। ਕਹਿੰਦੇ ਲਿਖਤੀ ਸੰਵਿਧਾਨ ਵਾਲੇ ਦੇਸ਼ਾਂ ਵਿੱਚ ਵੀ ਪਰੰਪਰਾਵਾਂ ਕਹਿੰਦੇ ਜ਼ਰੂਰ ਹੁੰਦੀਆਂ ਨੇ, ਹੈ ਨਾ। ਜਿਵੇਂ ਆਪਣਾ ਭਾਰਤ ਦਾ ਲਿਖਤੀ ਸੰਵਿਧਾਨ ਹੈ, ਠੀਕ ਹੈ, ਅਮਰੀਕਾ ਦਾ ਲਿਖਤੀ ਸੰਵਿਧਾਨ, ਉੱਥੇ ਵੀ ਕੀ ਹੈ ਕਹਿੰਦੇ ਰੀਤੀ ਰਿਵਾਜ ਪਰੰਪਰਾਵਾਂ ਕਹਿੰਦੇ ਕੀ ਜ਼ਰੂਰ ਹੁੰਦੀਆਂ ਨੇ। ਹਰੇਕ ਪ੍ਰਕਾਰ ਦੀ ਸੰਵਿਧਾਨਿਕ ਪ੍ਰਣਾਲੀ ਵਿੱਚ, ਹੈ ਨਾ, ਜਿਹੜੇ ਵੀ ਆਪਣੇ ਰੀਤੀ ਰਿਵਾਜ ਹੁੰਦੇ ਨੇ, ਆਪਣੀਆਂ ਕੋਈ ਪਰੰਪਰਾਵਾਂ ਹੁੰਦੀਆਂ ਨੇ, ਉਹਨਾਂ ਦਾ ਬਹੁਤ ਮਹੱਤਵਪੂਰਨ ਕੀ ਹੈ ਭੂਮਿਕਾ ਨਿਭਾਉਂਦੇ ਨੇ। ਪਰ ਇੰਗਲੈਂਡ ਵਿੱਚ ਜਿਹੜੀਆਂ ਪਰੰਪਰਾਵਾਂ ਨੇ ਕਹਿੰਦੇ ਬਹੁਤ ਜ਼ਿਆਦਾ ਨੇ, ਇੰਨੀਆਂ ਜ਼ਿਆਦਾ ਨੇ, ਅਤੇ ਕੁਝ ਜਿਹੜੇ ਆਲੋਚਕ ਨੇ ਆਪਣਾ ਆਲੋਚਕ ਹੋਏ ਨੇ, ਵਿਦਵਾਨ ਹੋਏ ਨੇ, ਜਿਹੜੀ ਇਹਦੀ ਆਲੋਚਨਾ ਕਰਦੇ ਨੇ, ਉਹ ਕਹਿੰਦੇ ਨੇ ਕਿ ਬਰਤਾਨੀਆ ਸੰਵਿਧਾਨ ਪਰੰਪਰਾਵਾਂ ਦੀ ਉਪਜ ਮੰਨਦੇ ਨੇ। ਕਹਿੰਦੇ ਜੇਕਰ ਆਪਾਂ ਬਰਤਾਨੀਆ ਸੰਵਿਧਾਨ ਵਿੱਚੋਂ, ਠੀਕ ਹੈ, ਕਿ ਸੰਵਿਧਾਨ ਦੇ ਵਿੱਚੋਂ ਆਪਾਂ ਉਹਨਾਂ ਦੀ ਪਰੰਪਰਾਵਾਂ ਨੂੰ ਕੱਢ ਦਿੱਤਾ ਜਾਵੇ ਤਾਂ ਬਰਤਾਨੀਆ ਦਾ ਸੰਵਿਧਾਨ ਕੇਵਲ ਕਾਨੂੰਨ ਦੀਆਂ ਹੱਡੀਆਂ ਦਾ ਇੱਕ ਸੁੱਕਾ ਪਿੰਜਰ ਬਣ ਕੇ ਕੀ ਹੈ ਰਹਿ ਜਾਵੇਗਾ। ਇਸ ਕਰਕੇ ਕਹਿੰਦੇ ਪਰੰਪਰਾ ਤੋਂ ਉਹ ਭਾਵ ਹੈ ਕਿ ਜਿਹੜੇ ਅਲਿਖਤੀ ਹੁੰਦੇ ਨੇ, ਜਿਨ੍ਹਾਂ ਦਾ ਆਪਣੇ ਕੋਲ ਕੋਈ ਵੀ ਪ੍ਰੂਫ ਨਹੀਂ ਹੁੰਦਾ, ਲਿਖਤੀ ਰੂਪ ਵਿੱਚ ਕੋਈ ਦਸਤਾਵੇਜ਼ ਨਹੀਂ ਹੁੰਦਾ, ਜਿਹੜੇ ਅਲਿਖਤੀ ਨਿਯਮ ਜਾਂ ਸਿਧਾਂਤਾਂ ਤੋਂ ਹੁੰਦੇ ਨੇ, ਜੋ ਨਿਸ਼ਚਿਤ ਸੀਮਾ ਤੱਕ ਰਾਜਨੀਤਿਕ ਨੈਤਿਕਤਾ ਦੇ ਚੰਗੇ ਆਧਾਰ ਹੁੰਦੇ ਨੇ, ਠੀਕ ਹੈ। ਉਹ ਰਾਜਨੀਤਿਕ ਸੰਸਥਾਵਾਂ ਕਾਰਜ ਕਰਦੀਆਂ ਨੇ। ਪਰੰਪਰਾਵਾਂ ਦਾ ਕੋਈ ਵੀ ਵਿਅਕਤੀ ਜਾਂ ਸੰਸਥਾ ਦਾ ਨਿਰਮਾਣ ਨਹੀਂ ਕਰਦੀ, ਠੀਕ ਹੈ। ਉਹਦਾ ਜਿਹੜਾ ਵਿਕਾਸ ਹੁੰਦਾ ਹੈ ਹੌਲੀ ਹੌਲੀ ਹੁੰਦਾ ਹੈ, ਠੀਕ ਹੈ। ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਉਹਦਾ ਐਗਜ਼ਾਮਪਲ ਦੇ ਤੌਰ 'ਤੇ ਇਹ ਸਾਰੇ ਪਰੰਪਰਾਵਾਂ ਦੇ ਆਧਾਰ 'ਤੇ ਉਪਜਿਆ। ਜਿਵੇਂ ਸੰਸਦ ਹੋ ਗਿਆ, ਮੰਤਰੀ ਮੰਡਲ ਹੋ ਗਿਆ, ਪ੍ਰਧਾਨ ਮੰਤਰੀ ਨਿਯੁਕਤੀ ਹੋ ਗਈ, ਸਪੀਕਰ ਹੋ ਗਿਆ, ਠੀਕ ਹੈ। ਸਾਰੇ ਇੰਗਲੈਂਡ ਦੇ ਵਿੱਚ ਕਿ ਇਹਨਾਂ ਦਾ ਹੌਲੀ ਹੌਲੀ ਵਿਕਾਸ ਹੋਇਆ ਪਰੰਪਰਾ ਦੇ ਆਧਾਰ 'ਤੇ ਕੀ ਹੈ ਉਹਨਾਂ ਦੇ ਜਿਹੜੇ ਰੀਤੀ ਰਿਵਾਜ ਨੇ ਉਹਨਾਂ ਦੇ ਆਧਾਰ 'ਤੇ ਇਹਨਾਂ ਦੀ ਕੀ ਹੈ ਪਰੰਪਰਾਵਾਂ ਦੇ ਆਧਾਰ 'ਤੇ ਇਹਨਾਂ ਦੀ ਨਿਯੁਕਤੀਆਂ ਮੈਂ ਸਾਰਾ ਉੱਥੇ ਕੀ ਹੈ ਸ਼ਾਮਿਲ ਹੈ ਇੰਗਲੈਂਡ ਦੇ ਵਿੱਚ। ਨੈਕਸਟ ਪੁਆਇੰਟ ਆਪਣਾ
ਅਧਿਕਾਰਾਂ ਦੀ ਵਿਵਸਥਾ। ਬਰਤਾਨੀਆ ਨਾਗਰਿਕ ਦੇ ਅਧਿਕਾਰਾਂ ਦੀ ਵਿਵਸਥਾ ਕਿਸੇ ਇੱਕ ਕਾਨੂੰਨੀ ਦਸਤਾਵੇਜ਼ ਵਿੱਚ ਨਹੀਂ ਮਿਲਦੀ। ਠੀਕ ਹੈ, ਅਧਿਕਾਰਾਂ ਬਾਰੇ ਵੀ ਆਪਾਂ ਨੂੰ ਕੋਈ ਇੰਨਾ ਕੋਈ ਪ੍ਰੂਫ ਨਹੀਂ ਮਿਲਦਾ, ਕੋਈ ਡਾਕੂਮੈਂਟਸ ਨਹੀਂ ਮਿਲਦੇ। ਠੀਕ ਹੈ, ਇਸ ਕਰਕੇ ਜਿਹੜੇ ਬਰਤਾਨਵੀ ਨਾਗਰਿਕ ਦੇ ਬਥੇਰੇ ਅਧਿਕਾਰ ਦੇ ਸੋਮੇ ਨੇ ਉਹ ਅਦਾਲਤਾਂ ਨੇ ਕਹਿੰਦੇ ਵੱਖੋ ਵੱਖਰੇ ਕੀ ਫੈਸਲੇ ਲਏ ਗਏ ਨੇ, ਵੱਖੋ ਵੱਖਰੇ ਨਿਰਣੇ ਲਏ ਗਏ ਨੇ। ਜਿਵੇਂ 1215 ਦੇ ਮੈਗਨਾ ਕਾਰਟਾ, 1628 ਦੀ ਪਟੀਸ਼ਨ ਆਫ ਰਾਈਟਸ, ਠੀਕ ਹੈ, 1699 ਦੇ ਬਿਲ ਆਫ ਰਾਈਟਸ ਆਦਿ ਕੁਝ ਚਾਰਟ ਦੁਆਰਾ ਨਾਗਰਿਕਾਂ ਦੇ ਕੁਝ ਅਧਿਕਾਰਾਂ ਦੀ ਕੀ ਵਿਵਸਥਾ ਕੀਤੀ ਗਈ ਹੈ। ਪਰ ਕਹਿੰਦੇ ਬਰਤਾਨਵੀ ਨਾਗਰਿਕ ਦੇ ਬਥੇਰੇ ਜਿਹੜੇ ਅਧਿਕਾਰ ਨੇ ਉਹ ਅਦਾਲਤਾਂ ਦੇ ਨਿਰਣਿਆਂ ਦੇ ਸਿੱਟਾਂ ਨੇ। ਠੀਕ ਹੈ, ਬਰਤਾਨਵੀ ਦੇ ਨਾਗਰਿਕਾਂ ਨੂੰ ਹੇਠ ਲਿਖੇ ਅਧਿਕਾਰ ਦਿੱਤੇ ਹੋਏ ਨੇ, ਜਿਵੇਂ ਆਪਣੇ ਭਾਰਤ ਦੇ ਲੋਕਾਂ ਨੂੰ ਮਿਲੇ ਨੇ ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਅਤੇ ਚੋਣ ਲੜਨ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਵਿਚਾਰ ਪ੍ਰਗਟ ਕਰਨ ਦਾ ਅਧਿਕਾਰ, ਆਪਾਂ ਕੋਈ ਵੀ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਠੀਕ ਹੈ, ਪ੍ਰੋਪਰਟੀ ਦਾ ਅਧਿਕਾਰ, ਠੀਕ ਹੈ, ਜਲੂਸਾਂ ਵਿੱਚ ਸਭਾਵਾਂ ਕਰਨ ਦਾ ਅਧਿਕਾਰ। ਠੀਕ ਹੈ, ਇਹ ਸਾਰੇ ਉਹਨਾਂ ਨੂੰ ਕਿਹਾ ਆਪਾਂ ਨੂੰ ਨਾਗਰਿਕਾਂ ਨੂੰ ਕਿਹਾ ਅਧਿਕਾਰ ਮਿਲੇ ਹੋਏ ਨੇ। ਠੀਕ ਹੈ, ਨੈਕਸਟ ਪੁਆਇੰਟ ਹੈ ਮਿਸ਼ਰਤ ਸੰਵਿਧਾਨ। ਠੀਕ ਹੈ ਕਿ ਇੰਗਲੈਂਡ ਦੇ ਵਿੱਚ ਇੱਕ ਅਨੋਖੀ ਵਿਸ਼ੇਸ਼ਤਾ ਕਹਿੰਦੇ ਇੰਗਲੈਂਡ ਦੇ ਸੰਵਿਧਾਨ ਦੀ ਕਿ ਇਹ ਇੱਕ ਕੀ ਮਿਸ਼ਰਤ ਸੰਵਿਧਾਨ ਹੈ ਕਿ ਇਹਦੇ ਵਿੱਚ ਰਾਜਤੰਤਰ, ਕੁਲੀਨ ਤੰਤਰ ਅਤੇ ਲੋਕਤੰਤਰ ਦੇ ਇਹ ਤੱਤ ਮਿਲਦੇ ਨੇ। ਠੀਕ ਹੈ, ਇਸ ਕਰਕੇ ਕਹਿੰਦੇ ਇੰਗਲੈਂਡ ਵਿੱਚ ਪ੍ਰਭੂ ਸੱਤਾ ਦਾ ਨਿਵਾਸ ਰਾਜੇ ਸਮੇਤ ਸੰਸਦ ਵਿੱਚ ਮੰਨਿਆ ਜਾਂਦਾ ਹੈ। ਠੀਕ ਹੈ, ਇਸ ਕਰਕੇ ਕਹਿੰਦੇ ਕਿ ਜਿਹੜਾ ਰਾਜ ਹੈ ਉਹ ਰਾਜਤੰਤਰ, ਲਾਰਡ ਸਦਨ, ਕੁਲੀਨ ਤੰਤਰ ਅਤੇ ਕੌਮਨ ਸਦਨ ਲੋਕਤੰਤਰ ਦੇ ਚਿੰਨ੍ਹ ਹਨ। ਠੀਕ ਹੈ, ਇਸ ਕਰਕੇ ਕਿ ਉੱਥੇ ਕਿ ਇੱਕ ਸੰਵਿਧਾਨ ਦਾ ਕੀ ਉੱਥੇ ਮਿਸ਼ਰਤ ਹੈ। ਠੀਕ ਹੈ, ਕਿ ਇੰਗਲੈਂਡ ਦੇ ਵਿੱਚ ਲੋਕਤੰਤਰ ਸ਼ਾਸਨ ਪ੍ਰਣਾਲੀ ਵੀ ਅਪਣਾਈ ਜਾਂਦੀ ਹੈ ਅਤੇ ਸੀਮਿਤ ਰਾਜਤੰਤਰ ਵੀ ਹੈ, ਕਿ ਸਾਰਿਆਂ ਦੀ ਕੀ ਮਿਸ਼ਰਤ ਹੈ ਉੱਥੇ। ਠੀਕ ਹੈ, ਕਿ ਜਿਵੇਂ ਆਪਾਂ ਨੇ ਪੜ੍ਹਿਆ ਨਾ ਕੌਮਨ ਸਦਨ ਦੇ ਮੈਂਬਰ ਨੇ ਉਹ ਲੋਕਾਂ ਦੁਆਰਾ ਚੁਣੇ ਜਾਂਦੇ ਨੇ, ਉਹ ਕੀ ਹੋ ਗਏ ਲੋਕਤੰਤਰ ਸ਼ਾਸਨ ਪ੍ਰਣਾਲੀ ਹੋ ਗਈ ਹੈ ਨਾ। ਉੱਥੇ ਰਾਜੇ ਮਹਾਰਾਜੇ ਵੀ ਰਾਜ ਕਰਦੇ ਨੇ, ਉਹ ਕੀ ਹੋ ਗਏ ਸੀਮਿਤ ਰਾਜਤੰਤਰ ਹੋ ਗਿਆ। ਠੀਕ ਹੈ, ਭਾਵੇਂ ਉਹਨਾਂ ਕੋਲ ਕੀ ਸ਼ਕਤੀ ਨਹੀਂ ਹੈਗੀ, ਪੁਰਾਣੇ ਸਮੇਂ ਦੇ ਵਿੱਚ ਜ਼ਰੂਰ ਉਹਨਾਂ ਕੋਲ ਸ਼ਕਤੀਆਂ ਨਹੀਂ, ਪਰ ਵਰਤਮਾਨ ਸਮੇਂ ਕੀ ਉਹਨਾਂ ਕੋਲ ਇੰਨੀਆਂ ਸ਼ਕਤੀਆਂ ਨਹੀਂ ਹੈਗੀਆਂ। ਠੀਕ ਹੈ, ਨੈਕਸਟ ਪੁਆਇੰਟ ਆਪਣਾ ਬਰਤਾਨੀਆ ਵਿੱਚ ਪਹਿਲੀ ਵਾਰ ਸਰਵਉੱਚ ਅਦਾਲਤ ਦੀ ਸਥਾਪਨਾ। ਠੀਕ ਹੈ ਕਿ 2005 ਦੇ ਵਿੱਚ ਸੰਵਿਧਾਨਿਕ ਸੁਧਾਰ ਕਾਨੂੰਨ ਨੇ ਬਰਤਾਨੀਆ ਵਿੱਚ ਪਹਿਲੀ ਨਵੀਂ ਸਰਵਉੱਚ ਅਦਾਲਤ ਦੀ ਕੀ ਸਥਾਪਨਾ ਕੀਤੀ ਸੀ। ਇਸ ਅਦਾਲਤ ਵਿੱਚ ਪਹਿਲੀ ਵਾਰ ਉਹਨੇ 12 ਲਾ ਲੌਰਡਸ ਨੂੰ ਜੱਜ ਨਿਯੁਕਤ ਕੀਤਾ ਗਿਆ ਸੀ। ਠੀਕ ਹੈ, ਜਿਨ੍ਹਾਂ ਨੂੰ ਲਾ ਲਾਰਡ ਦੀ ਵਿਵਸਥਾ ਲਾਰਡ ਸਦਨ ਵਿੱਚੋਂ ਕੀ ਖਤਮ ਕਰ ਦਿੱਤੀ ਸੀ, ਜਿਨ੍ਹਾਂ ਵਿੱਚੋਂ ਸਰਵਉੱਚ ਅਦਾਲਤ ਨੂੰ ਇੱਕ ਸਰਵਉੱਚ ਅਦਾਲਤ ਦਾ ਪ੍ਰਧਾਨ ਅਤੇ ਦੂਜੇ ਨੂੰ ਕੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਜਦੋਂ ਕਦੇ ਉਹਨਾਂ 12 ਜੱਜਾਂ ਵਿੱਚੋਂ ਕਿਸੇ ਕਾਰਨ ਪਦਵੀ ਖਾਲੀ ਹੁੰਦੀ ਹੈ ਤਾਂ ਜਿਹੜੀ ਜੱਜ ਦੀ ਨਿਯੁਕਤੀ ਹੈ ਉਹ ਚੋਣ ਨਿਆਇਕ ਨਿਯੁਕਤੀ ਆਯੋਗ, ਠੀਕ ਹੈ, ਜੁਡੀਸ਼ੀਅਲ ਅਪੁਆਇੰਟਮੈਂਟ ਕਮਿਸ਼ਨ ਦੁਆਰਾ ਕੀਤੀ ਜਾਵੇਗੀ ਅਤੇ ਨਿਯੁਕਤੀ ਦੇ ਆਦੇਸ਼ ਠੀਕ ਹੈ ਚਾਂਸਲਰ ਜਾਂ ਮਹਾਰਾਣੀ ਦੁਆਰਾ ਹੀ ਦਿੱਤੇ ਜਾਣਗੇ। ਨੈਕਸਟ ਪੁਆਇੰਟ ਆਪਣਾ ਅਤੇ ਲਾਸਟ ਪੁਆਇੰਟ ਹੈ ਰਾਜਨੀਤਿਕ ਦਲਾਂ ਦਾ ਰਜਿਸਟ੍ਰੇਸ਼ਨ ਜ਼ਰੂਰੀ। ਠੀਕ ਹੈ, ਕਿ ਬਰਤਾਨੀਆ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ। ਠੀਕ ਹੈ, ਇਸ ਕਰਕੇ ਕਹਿੰਦੇ ਦੇਸ਼ ਦੇ ਰਾਜਨੀਤਿਕ ਦਲਾਂ ਦੇ ਰਜਿਸਟ੍ਰੇਸ਼ਨ ਨੂੰ ਜ਼ਰੂਰੀ ਅਤੇ ਨਿਸ਼ਚਿਤ ਕਰਕੇ ਠੀਕ ਹੈ ਕਿ ਰਾਜਨੀਤਿਕ ਦਲਾਂ ਨੂੰ ਲੋਕਤੰਤਰੀ ਆਧਾਰ ਗ੍ਰਹਿਣ ਕਰਨ ਲਈ ਕਿ ਉਤਸ਼ਾਹਿਤ ਕੀਤਾ ਹੋਇਆ। ਠੀਕ ਹੈ, ਕਿ ਜਿਵੇਂ ਆਪਣੇ ਭਾਰਤ ਦੇ ਵਿੱਚ ਨਾ ਰਜਿਸਟ੍ਰੇਸ਼ਨ ਕਰਾਉਣਾ ਜ਼ਰੂਰੀ ਹੈ ਇਲੈਕਸ਼ਨ ਕਮਿਸ਼ਨ ਕੋਲੇ, ਅਸੀਂ ਇੰਗਲੈਂਡ ਦੇ ਵਿੱਚ ਇਲੈਕਸ਼ਨ ਕਮਿਸ਼ਨ ਕੋਲੇ ਕੀ ਹੈ ਰਜਿਸਟ੍ਰੇਸ਼ਨ ਪੰਜੀਕਰਨ ਕਰਾਉਣਾ ਕੀ ਹੈ ਬਹੁਤ ਹੀ ਜ਼ਰੂਰੀ ਹੈ। ਠੀਕ ਹੈ, ਕਿਉਂਕਿ ਉੱਥੇ ਬਰਤਾਨੀਆ ਦੇ ਵਿੱਚ ਰਾਜਨੀਤਿਕ ਦਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪਰ ਉੱਥੇ ਉਹਨਾਂ ਰਾਜਨੀਤਿਕ ਦਲਾਂ ਨੂੰ ਹੀ ਮਾਨਤਾ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਉੱਥੋਂ ਦੇ ਨਿਸ਼ਚਿਤ ਨਿਯਮਾਂ ਅਨੁਸਾਰ ਆਪਣੀ ਕੀ ਰਜਿਸਟ੍ਰੇਸ਼ਨ ਕਰਾਈ ਹੋਵੇ। ਠੀਕ ਹੈ, ਇਸ ਕਰਕੇ ਕਹਿੰਦੇ ਬਰਤਾਨੀਆ ਦੇ ਵਿੱਚ ਅਜੋਕੇ ਸਮੇਂ ਕਹਿੰਦੇ ਰਾਜਨੀਤਿਕ ਦਲਾਂ ਦੀ ਗਿਣਤੀ ਭਾਵੇਂ ਬਹੁਤ ਜ਼ਿਆਦਾ ਹੈ, ਪਰ ਤਕਨੀਕੀ ਪੱਖ ਤੋਂ ਬਰਤਾਨੀਆ ਦੋ ਦਲ ਪ੍ਰਣਾਲੀ ਨਹੀਂ ਰਿਹਾ, ਪਰ ਅਜੇ ਵੀ ਚੋਣਾਂ ਵਿੱਚ ਮਹੱਤਵਪੂਰਨ 2 ਜਾਂ 3 ਰਾਜਨੀਤਿਕ ਦਲਾਂ ਦਾ ਹੈ। ਇਹ ਦਲ ਸਰਕਾਰ ਦਾ ਨਿਰਮਾਣ ਕਰਦੇ ਨੇ ਹੈ ਨਾ। ਜਿਵੇਂ ਆਪਣੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ, ਪਰ ਸਰਕਾਰ ਕੀ ਹੈ 2 ਪਾਰਟੀਆਂ ਬਣਾਉਂਦੀ ਨੇ ਨਾ, ਕਦੇ ਕਾਂਗਰਸ ਕਦੇ ਬੀਜੇਪੀ, ਕਦੇ ਕਾਂਗਰਸ ਕਦੇ ਅਸੀਂ ਇੰਗਲੈਂਡ ਦੇ ਵਿੱਚ ਪਾਰਟੀਆਂ ਬਹੁਤ ਸਾਰੀਆਂ ਨੇ, ਪਰ ਉੱਥੇ ਕੀ ਹੈ ਸਿਰਫ 1-2 ਆਪਣਾ 2 ਜਾਂ 3 ਹੀ ਕੀ ਹੈ ਵਾਰ-ਵਾਰ ਆਪਣੀ ਸਰਕਾਰ ਬਣਾਉਂਦੀਆਂ ਨੇ। ਠੀਕ ਹੈ, ਤੁਹਾਡੇ ਇਹ ਲੈਸਨ ਦੇ ਵਿੱਚ ਇਕੱਲੇ ਆਪਣੇ ਵਿਸ਼ੇਸ਼ਤਾਵਾਂ ਹੀ ਕਰਨੀਆਂ ਨੇ, ਇਹਦੇ ਬਹੁਤ ਸਾਰੇ ਆਪਣੇ ਬੁੱਕ ਦੇ ਵਿੱਚ ਪੁਆਇੰਟ ਨੇ 25 ਜਿਹੜੇ ਤੁਹਾਨੂੰ ਕੋਈ ਵੀ ਠੀਕ ਹੈ 10-12 ਸੌਖੇ ਲੱਗੇ। ਠੀਕ ਹੈ, ਆਪਣੇ ਉਹ ਪੁਆਇੰਟ ਕਰ ਲਿਓ। ਅੱਜ ਦਾ ਆਪਣਾ ਲੈਕਚਰ ਸਮਾਪਤ ਹੁੰਦਾ ਹੈ। ਥੈਂਕ ਯੂ, ਧੰਨਵਾਦ।